ज्ञान ध्यान किस कर्म न जाना, सार न जाना तेरी। सब ते वड्डा सतगुर नानक, जिन कल राखी मेरी बाणी। गुरु गुरु है बाणी, विच बाणी अमृत सारे। गुरबाणी कहे सेवक जन मानै, प्रतख गुरु निस्तारे। वालिए कुल आलम सरवरे कायनात मुजस्मे ज्ञान, सारी मनुखता दे सांझे उपदेशक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਸਤ ਸੰਗੀ ਜਨੋ, ਬੜੇ ਹੀ ਵੱਡੇ ਭਾਗ ਨੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਸੀਂ ਸਾਰੇ ਹੀ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰ ਰਹੇ ਹਾਂ। ਅੱਜ ਦੇ ਦੀਵਾਨਾਂ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਵੇਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਸੰਪਾਦਨਾ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਕੀ ਹੈ, ਅੱਡੋ ਅੱਡ ਦੋ ਚਾਰ ਕਨਸੈਪਟਾਂ ਦੇ ਵਿੱਚ ਸਾਂਝ ਪਾਵਾਂਗੇ। ਉਹਦੇ ਤੇ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਸਾਰੀ ਹੀ ਸੰਗਤ ਰਸਨਾ ਨੂੰ ਪਵਿੱਤਰ ਕਰਦੇ ਹੋਏ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਭਾਈ ਸਾਹਿਬ ਜੀ ਹੁਣੀ ਸ਼ਬਦ ਪੜ੍ਹ ਕੇ ਗਏ ਸਨ ਕੀਰਤਨ ਦੇ ਵਿੱਚ, ਸੁਣ ਸੁਣ ਜੀਵਾਂ ਤੇਰੀ ਬਾਣੀ। ਦੋ ਚੀਜ਼ਾਂ ਦਾ ਜ਼ਿਕਰ ਹੈ, ਇੱਕ ਹੈ ਸੁਣਨਾ, ਦੂਜਾ ਹੈ ਜਿਉਣਾ। ਜਿਉਂਦੇ ਤਾਂ ਬਹੁਤ ਲੋਕ ਨੇ ਪਰ ਉਹ ਸੁਣਦੇ ਨਹੀਂ ਨੇ, ਤੇ ਜਿਉਣ ਤੋਂ ਭਾਵ ਸਰੀਰਕ ਜ਼ਿੰਦਗੀ ਦੀ ਗੱਲ ਨਹੀਂ। ਆਖਾਂ ਜੀਵਾਂ ਵਿਸਰੈ ਮਰ ਜਾ ਕਿ ਹੈ ਵਾਹਿਗੁਰੂ ਜੀ, ਜਿੰਨਾ ਚਿਰ ਮੈਂ ਤੇਰੀ ਬਾਣੀ ਨੂੰ ਸੁਣਦਾ ਹੈ, ਜਿੰਨਾ ਚਿਰ ਮੈਂ ਤੇਰੀ ਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਰੱਖਦਾ ਹੈ, ਉਨਾ ਚਿਰ ਮੈਂ ਜਿਉਂਦਾ ਹਾਂ। ਜਦੋਂ ਮੇਰੇ ਅੰਦਰੋਂ ਤੇਰੀ ਬਾਣੀ ਵਾਹਿਗੁਰੂ ਜੀ ਵਿਸਰ ਜਾਂਦੀ ਹੈ ਆਤਮਿਕ ਤੌਰ ਦੇ ਉੱਪਰ, ਉਦੋਂ ਮੈਂ ਮਰਿਆ। ਤੇ ਇਸ ਬਾਣੀ ਨੂੰ ਜਿਹਨੂੰ ਅਸੀਂ ਮੱਥਾ ਟੇਕੀਦਾ ਹੈ, ਜਿਹਨੂੰ ਅਸੀਂ ਪੜ੍ਹੀਦਾ ਹੈ, ਇਹਦੇ ਆਪ ਜੀ ਪੂਰੀ ਤਰਤੀਬ ਦੇਖਿਓ ਕਿਤੇ। ਪਹਿਲੀ ਗੱਲ ਤਾਂ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਆਦਿ ਗ੍ਰੰਥ ਭਾਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਿਉਂ ਕੀਤੀ? ਕਿਉਂਕਿ ਉਸ ਵਕਤ ਗੁਰੂ ਨਾਨਕ ਨਾਮ ਲੇਵਾ ਪਦ ਵਰਤ ਕੇ ਕਈਆਂ ਲੋਕਾਂ ਨੇ ਆਪਣੀਆਂ ਜਿਹੜੀ ਸੀ ਬਾਣੀ ਉਚਾਰਨ ਚਾਲੂ ਕਰ ਦਿੱਤੀ ਤੇ ਉਹ ਰਲਾ ਪੈਣ ਲੱਗ ਪਿਆ ਕੌਮ ਦੇ ਵਿੱਚ। ਤੇ ਉਸ ਵਕਤ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਬਾਣੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਗਤਾਂ ਤੋਂ ਇਕੱਤਰਿਤ ਕੀਤੀ ਸੀ, ਇਕੱਠੀ ਕੀਤੀ ਸੀ, ਉਹਦੇ ਤੋਂ ਬਾਅਦ ਜਿਹੜੀ ਗੁਰਸਿੱਖਾਂ ਦੀ ਬਾਣੀ ਸੀ, ਉਹਦੇ ਤੋਂ ਬਾਅਦ ਗੁਰੂ ਸਾਹਿਬਾਨਾਂ ਦੀ ਆਪਣੀ ਬਾਣੀ ਤੇ ਭੱਟਾਂ ਦੀ ਬਾਣੀ, ਕੁੱਲ ਮਿਲਾ ਕੇ ਪੂਰੇ 35 ਮਹਾਂਪੁਰਖਾਂ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ, ਉਹ ਸਾਰੀ ਹੀ ਇਕੱਤਰਿਤ ਕਰਕੇ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਈ। ਆਪ ਜੀ ਜਦੋਂ ਵੀ ਬਾਣੀ ਨੂੰ ਪੜ੍ਹਦੇ ਹੋ, ਬਾਣੀ ਦੀ ਤਰਤੀਬ ਜਦੋਂ ਦੇਖੀ ਦੀ ਹੈ ਕਿ 31 ਰਾਗਾਂ ਦੇ ਵਿੱਚ ਹੈ ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਸਿਰਫ 30 ਰਾਗ ਵਰਤੇ ਗਏ ਨੇ। 31ਵਾਂ ਰਾਗ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਜੈ ਜੈਵੰਤੀ ਵਰਤਿਆ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ ਭਾਈ ਮਨੀ ਸਿੰਘ ਜੀ ਤੋਂ ਐਡ ਕਰਵਾਇਆ। ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹ ਪੂਰੀ ਬਾਣੀ ਦੀ ਤਰਤੀਬ ਦਿੱਤੀ ਤੇ ਆਪ ਜੀ ਦੇਖਿਓ ਉਸ ਵਕਤ ਕਈਆਂ ਜਗ੍ਹਾ ਦੇ ਉੱਪਰ ਲਿਖਿਆ ਉਹਦਾ ਸ਼ੁੱਧ, ਕਈਆਂ ਜਗ੍ਹਾ ਤੇ ਉਹਦਾ ਸ਼ੁੱਧ ਕੀਚੇ। ਇਹ ਕਨਸੈਪਟ ਪੂਰੀ ਬਾਣੀ ਤੋਂ ਵੱਖਰਾ ਹੈ। ਜਦੋਂ ਪੂਰੇ ਅੱਖਰ ਤੇ ਸ਼ਬਦਾਂ ਦੀ ਗਿਣਤੀ ਸਮਾਪਤ ਹੁੰਦੀ ਹੈ ਉਦੋਂ ਲਿਖਿਆ ਹੁੰਦਾ ਸ਼ੁੱਧ ਕੀਚੇ ਜਾਂ ਸ਼ੁੱਧ। ਇਹਦਾ ਕਾਰਨ ਕੀ? ਕਿਉਂਕਿ ਮੈਂ ਬੇਨਤੀ ਜ਼ਰੂਰੀ ਕਰਨੀ ਸਮਝਿਆ ਨਾ, ਅਸੀਂ ਕਈ ਵਾਰੀ ਪੜ੍ਹ ਜਾਈਦਾ ਹੈ ਇਹ ਬਾਣੀ ਦੇ ਅੱਖਰ ਨਹੀਂ ਗੇ, ਇਹ ਸਿਰਫ ਸ਼ੁੱਧ ਤੇ ਸ਼ੁੱਧ ਕੀਚੇ ਭਾਈ ਗੁਰਦਾਸ ਜੀ ਨੂੰ ਕਿਹਾ ਸੀ। ਜਦੋਂ ਅਸੀਂ ਵਾਰਾਂ ਪੜ੍ਹੀ ਦੀਆਂ, ਵਾਰਾਂ ਸਿਰਫ ਉਸ ਵਕਤ ਪੌੜੀਆਂ ਸੀ,
ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਉਹਦੇ ਵਿੱਚ ਸ਼ਲੋਕ ਐਡ ਆਪ ਕੀਤੇ। ਜਿੰਨੇ ਸ਼ਲੋਕ ਵਾਰਾਂ ਦੇ ਵਿੱਚ ਐਡ ਕੀਤੇ ਗਏ ਨੇ, ਉਹਦੇ ਤੋਂ ਬਾਅਦ ਜਦੋਂ ਸ਼ਲੋਕ ਵੱਧ ਗਏ ਸੀ ਤੇ ਉਹ ਅਖੀਰ 'ਚ ਕਿਹਾ ਗਿਆ ਸ਼ਲੋਕ ਵਾਰਾਂ ਦੇ ਵਧੀ, ਕਿ ਵਾਰਾਂ ਤੋਂ ਵਧੇ ਹੋਏ ਸ਼ਲੋਕ ਉਹ ਉਸ ਵਕਤ ਅਖੀਰ ਦੇ ਵਿੱਚ ਐਡ ਕੀਤੇ ਨੇ। ਜਦੋਂ ਵਾਰਾਂ ਦੇ ਵਿੱਚ ਸ਼ਲੋਕ ਐਡ ਕਰਕੇ ਭਾਈ ਗੁਰਦਾਸ ਜੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਕੋਲ ਦੇਖਣ ਵਾਸਤੇ ਭੇਜਦੇ ਸਨ, ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਜਿੱਥੋਂ ਦੇਖਦੇ ਸਨ ਤੇ ਕੁਝ ਲਗਾ ਮਾਤਰਾ ਜਾਂ ਕੁਝ ਹੋਰ ਸ਼ਲੋਕ ਐਡ ਕਰਨੇ ਹੋਣ ਤੇ ਉਦੋਂ ਲਿਖ ਦਿੰਦੇ ਸੀ ਉੱਥੇ ਕਿ ਸ਼ੁੱਧ ਕੀਚੇ, ਕਿ ਭਾਈ ਗੁਰਦਾਸ ਜੀ ਇਹਦੇ ਚ ਹਜੇ ਸੁਧਾਰੀ ਕਰਨੀ ਹੈ। ਜਿਹੜੀ ਬਿਲਕੁਲ ਕੰਪਲੀਟ ਹੋ ਜਾਂਦੀ ਸੀ ਪੋਥੀ, ਉੱਤੇ ਲਾਖਿਰ ਤੇ ਲਿਖਿਆ ਜਾਂਦਾ ਸੀ ਸ਼ੁੱਧ। ਜਿਵੇਂ ਆਸਾ ਦੀ ਵਾਰ ਤੇ ਬਾਅਦ ਸ਼ੁੱਧ ਸ਼ਬਦ ਆਉਂਦਾ ਹੈ, ਹੋਰ ਕਈ ਵਾਰਾਂ ਦੇ ਵਿੱਚ ਅਖੀਰ 'ਚ ਸ਼ੁੱਧ ਕੀਚੀ ਹੁੰਦਾ ਹੈ। ਇਹ ਤਰਤੀਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਜੇ ਰਾਗ ਦੇ ਵਿੱਚ ਹੈ ਉਸ ਦੇ ਵਿੱਚ, ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ, ਗੁਰੂ ਰਾਮਦਾਸ, ਗੁਰੂ ਅਰਜਨ ਪਾਤਸ਼ਾਹ ਜੀ ਦੀ ਹੈ। ਇਹਦੇ ਤੋਂ ਬਾਅਦ ਇਵੇਂ ਹੀ ਭੱਟਾਂ ਦੀ ਬਾਣੀ ਲਗਾਤਾਰ ਹੈ। ਇਹ ਪੂਰਾ ਸੰਕਲਪ ਸਾਰਾ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਦਰਬਾਰ ਸਾਹਿਬ ਦੇ ਵਿੱਚ ਉਸ ਵਕਤ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਤੋਂ ਇਹ ਲਿਖਵਾਇਆ ਤੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਸਥਾਪਿਤ ਕੀਤੇ ਗਏ। ਹੁਣ ਅਗਲਾ ਕਨਸੈਪਟ ਹੈ ਕਿ ਸਾਨੂੰ ਗੁਰਬਾਣੀ ਤੋਂ ਉਪਦੇਸ਼ ਕੀ ਮਿਲਦਾ ਹੈ। ਜਿਵੇਂ ਆਪ ਜੀ ਨੇ ਹੁਣੇ ਪਾਵਨ ਪੰਕਤੀਆਂ ਸਰਵਣ ਕੀਤੀਆਂ, ਸਾਹਿਬ ਕਹਿੰਦੇ ਨੇ ਕਿ ਬਾਣੀ ਗੁਰੂ ਹੈ। ਬਾਣੀ ਪਹਿਲਾ ਕਨਸੈਪਟ ਇਹ ਹੈ ਕਿ ਸਿੱਖ ਦੇ ਮਨ ਦੇ ਵਿੱਚ ਇਹ ਭੁਲੇਖਾ ਨਾ ਰਹਿ ਜਾਵੇ ਕਿ ਸਿੱਖ ਦਾ ਗੁਰੂ ਕੋਈ ਹੋਰ ਹੈ। ਸਿੱਖ ਦੇ ਮਨ ਦੇ ਵਿੱਚ ਕਿਤੇ ਇਹ ਦੁਚਿੱਤਾਪਨ ਨਾ ਰਹਿ ਜਾਵੇ ਕਿ ਸਿੱਖ ਦਾ ਗੁਰੂ ਦੀ ਬਾਣੀ ਤੋਂ ਇਲਾਵਾ ਕੋਈ ਹੋਰ ਹੈ। ਪਹਿਲੀ ਗੱਲ ਤਾਂ ਇਹ ਮਨ ਦੇ ਵਿੱਚ ਪੱਕੀ ਕਰ ਲਵੇ ਸਿੱਖ ਕਿ ਬਾਣੀ ਗੁਰੂ ਹੈ ਬਾਣੀ, ਕਿ ਇਹਦੇ ਤੋਂ ਇਲਾਵਾ ਸਿੱਖ ਦਾ ਹੋਰ ਕੋਈ ਗੁਰੂ ਨਹੀਂ। ਅਗਲੀ ਗੱਲ ਸਾਹਿਬ ਨੇ ਇਸੇ ਬਾਣੀ 'ਚ ਕਿਹਾ, ਇਸੇ ਪੰਕਤੀ ਦੇ ਵਿੱਚ ਸਾਹਿਬ ਕਹਿੰਦੇ ਕਿ ਪਹਿਲੀ ਗੱਲ ਮੰਨਣ ਵਾਸਤੇ ਜੇ ਗੁਰੂ ਕੇ ਪਿਆਰ ਵਾਲੇ ਗੁਰਸਿੱਖਾ ਤਿਆਰ ਹੈ, ਬਾਣੀ ਨੂੰ ਗੁਰੂ ਮੰਨਦਾ ਹੈ। ਹੁਣ ਅਗਲਾ ਸਟੈਪ ਮੇਰੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਕਹਿੰਦੇ ਕਿ ਇਹ ਅੰਮ੍ਰਿਤ ਰੂਪੀ ਬਾਣੀ ਦੀ ਸੰਭਾਲ, ਸਾਰ ਦਾ ਮਤਲਬ ਹੁੰਦਾ ਹੈ ਸਾਂਭ ਸੰਭਾਲ ਕਰਨੀ। ਪਹਿਲਾਂ ਇਹ ਗੱਲ ਪੱਕੀ ਕਰ ਲਈਏ ਕਿ ਅਸੀਂ ਬਾਣੀ ਨੂੰ ਗੁਰੂ ਮੰਨਦੇ ਹਾਂ, ਦੂਜਾ ਅਸੀਂ ਇਸ ਬਾਣੀ ਦੀ ਸੰਭਾਲ ਕਰਦੇ ਹਾਂ। ਤੀਜਾ ਸ਼ਬਦ ਕਿਹਾ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਬਾਣੀ ਕਹੇ। ਹੁਣ ਸਾਹਿਬ ਨੇ ਇੱਥੇ ਕੁਐਸਚਨ ਕੀਤਾ, ਕਹਿੰਦੇ ਗੁਰਬਾਣੀ ਕਹੇ ਸੇਵਕ ਜਨ ਮਾਨੇ। ਹੁਣ ਸਾਹਿਬ ਕਹਿੰਦੇ ਨੇ ਕਿ ਗੁਰਬਾਣੀ ਨੇ ਕੋਈ ਚੀਜ਼ ਕੱਲ ਕਹੀ ਹੈ, ਜੇ ਸੇਵਕ ਉਹਨੂੰ ਮੰਨੇ। ਹੁਣ ਅਸੀਂ ਸਿਰਫ ਇਹ ਦੇਖਣਾ ਹੈ ਗੁਰਬਾਣੀ ਕਹਿੰਦੀ ਕੀ ਹੈ। ਕਦੀ ਅਸੀਂ ਸਵਾਲ ਜਵਾਬ ਦੇ ਵਿੱਚ ਬਾਣੀ ਨੂੰ ਪੜ੍ਹ ਕੇ ਦੇਖਿਓ, ਸਵਾਲ ਜਵਾਬ ਦੇ ਵਿੱਚ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਦੇ ਉਹ ਸਿਧਾਂਤ ਦਿੱਤੇ ਨੇ ਜਿਹੜੇ ਆਮ ਇਨਸਾਨ ਦੇ ਲੈਵਲ ਦੇ, ਇਹ ਨਹੀਂ ਕਿ ਕੋਈ ਬ੍ਰਹਮੀ ਸ਼ਕਤੀ ਜਾਂ ਬ੍ਰਹਮੀ ਤਾਕਤ ਦੇ ਵਿੱਚ ਨਹੀਂ। ਸਭ ਤੋਂ ਪਹਿਲਾਂ ਅਸੀਂ ਬਾਣੀ ਦੀ ਜਿਹੜੇ ਕਹੇ ਦਾ ਸ਼ਬਦ ਪੜ੍ਹਿਆ ਹੈ, ਗੁਰਬਾਣੀ ਕਹੇ। ਗੁਰਬਾਣੀ ਨੇ ਸਭ ਤੋਂ ਪਹਿਲਾਂ ਅਸੀਂ ਪੜ੍ਹੀਏ ਕਿ ਜਾਤ ਪਾਤ ਦੇ ਬਾਰੇ ਕੀ ਕਿਹਾ। ਹਿੰਦੁਸਤਾਨ ਦੇ ਵਿੱਚ ਖੱਤਰੀ, ਬ੍ਰਾਹਮਣ, ਸ਼ੂਦ, ਵੈਸ 4 ਫਿਰਕੇ ਸਨ, ਤੇ ਗੁਰੂ ਨਾਨਕ ਦੀ ਬਾਣੀ ਦਾ ਇਹ ਸਿਧਾਂਤ ਸੀ ਕਿ ਗੁਰੂ ਨਾਨਕ ਦੀ ਬਾਣੀ ਨੇ ਇਹ ਗੱਲ ਰੱਖ ਦਿੱਤੀ ਸਾਹਮਣੇ ਕਿ ਦੁਨੀਆ ਦੇ ਵਿੱਚ ਜਨਮ ਲੈਣ ਦੇ ਕਰਕੇ ਕੋਈ ਵੀ ਉੱਚਾ ਤੇ ਕੋਈ ਵੀ ਨੀਵਾਂ ਨਹੀਂ ਹੈ, ਕਿਉਂਕਿ ਜਨਮ ਲੈਣ ਦੇ ਕਰਕੇ ਕੋਈ ਮਹਾਨ ਨਹੀਂ, ਸਾਰੇ ਹੀ ਇੱਕ ਸਮਾਨ ਹੈ। ਗੁਰਬਾਣੀ ਕਹੇ, ਗੁਰਬਾਣੀ ਨੇ ਕਹਿ ਦਿੱਤਾ ਕਿ ਅਵਲ ਅੱਲਾ ਨੂਰ ਹੀ ਪਾਇਆ, ਕੁਦਰਤ ਕੇ ਏਕ ਨੂਰ ਤੇ ਕੌਣ ਭਲੇ ਕੋ ਮੰਦੇ, ਕਿ ਅਵਲ ਅੱਲਾ ਕੀ ਪਰਮਾਤਮਾ ਦੇ ਪੈਦਾ ਕੀਤੇ ਹੋਏ ਸਾਰੇ ਨੇ, ਏਕ ਨੂਰ ਤੇ ਸਭ ਜਗ ਉਪਜੇ। ਇੱਕ ਪਰਮਾਤਮਾ ਦੀ ਜੋਤ ਦੇ ਵਿੱਚੋਂ ਸਾਰੇ ਪੈਦਾ ਹੋਏ ਨੇ, ਕੌਣ ਚੰਗਾ ਤੇ ਕੌਣ ਮਾੜਾ, ਸਾਰੇ ਇੱਕ ਸਮਾਨ ਨੇ। ਹੁਣ ਅਸੀਂ ਗੁਰਬਾਣੀ ਕਹੇ, ਜੇ ਅਸੀਂ ਗੁਰੂ ਨੂੰ, ਬਾਣੀ ਨੂੰ ਗੁਰੂ ਮੰਨੀਦਾ, ਜੇ ਅਸੀਂ ਮੰਨਦੇ ਹਾਂ ਤੇ ਫਿਰ ਅਸੀਂ ਆਪਣੇ ਮਨ ਦੇ ਵਿੱਚੋਂ ਜਾਤ ਪਾਤ ਖਤਮ ਕਰ ਦਿੰਦੇ। ਦੁੱਖ ਹੈ ਗੁਰੂ ਪਿਆਰ ਵਾਲੇ, ਅਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਕਿ ਸਾਡੇ ਸਿੱਖਾਂ ਦੇ ਵਿੱਚੋਂ ਜਾਤ ਪਾਤ ਖਤਮ ਹੋ ਗਈ ਹੈ। ਜੇ ਅਸੀਂ ਗੁਰੂ ਨੂੰ ਮੰਨੀਦਾ, ਬਾਣੀ ਨੂੰ ਗੁਰੂ, ਤੇ ਬਾਣੀ ਨੇ ਇਹ ਗੱਲ ਕਹੀ ਹੈ ਕਿ ਅਵਲ ਅੱਲਾ ਨੂਰ ਹੀ ਪਾਇਆ, ਕੁਦਰਤ ਕੇ ਸਭ ਬੰਦੇ, ਕਿ ਸਾਰੇ ਕੁਦਰਤ ਦੇ ਬੰਦੇ ਨੇ, ਕੋਈ ਜਾਤ ਪਾਤ ਨਹੀਂ। ਪਰ ਦੁੱਖ ਹੈ ਗੁਰੂ ਪਿਆਰ ਵਾਲੇ, ਆਪ ਜੀ ਪੰਜਾਬ ਦੀ ਧਰਤੀ ਤੇ ਜਾ ਕੇ ਦੇਖਿਓ, ਜਿਸ ਬਾਬੇ ਦੀ ਬਾਣੀ ਨੇ ਕਿਹਾ ਸੀ ਕਿ ਕੋਈ ਜਾਤ ਪਾਤ ਨਹੀਂ ਹੈ, ਉਸੇ ਬਾਬੇ ਦੀ ਬਾਣੀ ਦੇ ਜਾਤ ਪਾਤ ਦੇ ਨਾਮ ਦੇ ਉੱਪਰ ਗੁਰਦੁਆਰੇ ਬਣ ਗਏ। ਅਸੀਂ ਮਨਾ ਰਹੇ ਪ੍ਰਕਾਸ਼ ਪੁਰਬ ਹੈ
कि असी गुरु की गल नूं मान रहे। मुबारक है जिहड़े गुरसिख मान रहे हैं। साहिब यही जिक्र करते कहते गुरबाणी कहे, गुरबाणी ने यह गल कह दी कि जो तो ये ब्राह्मण ब्राह्मणी जाया आन बाट काहे नहीं आया। कि जे तू कहे कि मैं महान हाँ, जे तू कहना कि भाई मेरी जात मेरी कुल उच्ची है, ते पातशाह महाराज जी कहने तेरे जन्म लैण का तरीका कोई होर होना चाहिए सी। हम कत ब्राह्मण तुम कत सूद, कहने कि तू किवें ब्राह्मण है ते असी किवें शूद्र हो चुके हैं। इस गल का जवाब दे ए बाणी ने सानू ये सिद्धांत दे दिता कि भलिया गुरु के प्यार वाले गुरसिखा इस सिद्धांत नूं अपनी जिंदगी का आधार बना लै कि जन्म करके कोई महान, जन्म करके कोई उच्चा नहीं, इत्थे सिर्फ गुणा दे करके कोई महान है। पातशाह महाराज जी ने यही जिक्र किया। अगले कंसैप्ट बाणी दे विच औरत का सम्मान। दुनिया दे विच जिथे औरत नूं पैर की जुत्ती कहा गया, जिथे उन्होंने लोगों ने यह गल कह दी कि ढोर शूद्र पस और नारी जे सब ताड़न के अधिकारी, किथे कह दिता कि भी उन्होंने गल कहती कि ढोर शूद्र पशु और नारी जे सब ताड़न के अधिकारी, कि ये सारे ने ताड़ते रहो, ये ताई सही रहणगे। होर धर्मां दे विच अपने धर्म स्थान दे विच औरत नूं नहीं जाण दिता जांदा, वो अपने धर्म दी किताबां ग्रंथ नहीं पढ़ सकते। ते गुरबाणी का सिद्धांत आप जी पढ़ के देखियो, जिहदे बारे साहब ने कहा है कि हे गुरु के प्यार वाले गुरसिखा, दुनिया दे विच जो औरत नूं सन्मान दिता गया सकने सो क्यों मंदा आखिए जित जमे राजान, कि उसनूं क्यों माड़ा कहा जाता है जिहदी कुख दे विचों राजे ते महाराजे जन्म लैंदे ने। जिहदे बारे मेरे पातशाह महाराज जी की बाणी दे विच जिक्र है, कहने बलवंड खीवी नेक जन जित बहुती शाह पतराली, लंगर दौलत वंडिए रस अमृत खीर के आली। बलवंड खीवी माता खीवी जी का नाम है। गुरु अंगद पातशाह महाराज जी की महल ने जिहड़े उन्हां दे बारे जिक्र कर दिता कि भी वह लंगर दे विच सेवा करते सन ते खीर वरताउंदे सन। ये गुरबाणी तो सानू सिक्ख्या मिली है, गुरबाणी का सिद्धांत है। एक बेनती होर, दुनिया दे विच औरत नूं शूद्र तक कहा गया। शूद्र का मतलब होंदा नीवीं जात। जदों बच्चा घर दे विच जन्म लैंदा है ना, उस वक्त कहा जाता कि ये औरत सूतक है, उन्होंने रसोई दे विच नहीं वड़न दिता जाता, उन्होंने घर के काम काज नहीं कर दिते जाते। ये दुनिया के लोग कहते हैं, पर बाबा नानक जी की सोच की है। बाबा नानक जी कहते कि एक बच्चे को जन्म देने वाली औरत को तुसी अपवित्र कह दिता, कहता कि सूतक है। तो साहिब कहते कि जे सूतक मानते हो, हुण मेरे सवालों का जवाब दिओ पातशाह महाराज जी, जेकर सूतक मनीए कि जे मानते हो तो सब ते सूतक होए। कहते कि सारिया जगह की प्रसूत है। कहते गोए अते लकड़ी अंदर कीड़ा। कहते कि एक औरत नूं दुनिया के लोगों ने यह गल कह दी सी कि औरत बच्चे को जन्म देंदी है, यह अपवित्र है। तो उस वक्त पंडित घर दे विच सद के मंत्र पढ़ के उहदे मूँह दे विच पानी पाउंदे, कहंदे पवित्र है। तो सिस्टम साडा देखो, असीं कह रहे हैं ना कि बाणी गुरु गुरु है, बाणी नूं गुरु मान रहे हैं। सिस्टम साडा भी वही बनिया कि असीं भाई नूं लैके जाईदा कि बई हुण मूँह सुक्का करवा दो। असीं सिर्फ सोच ब्राह्मणी है, होर कुछ भी नहीं है। तो साहिब जेकर सूतक मनीए कि मानदी सूतक, इस जवाब दे के जाओ। साहिब कहते ने गोहे अते लकड़ी अंदर कीड़ा होए, कि जिहड़ी रसोई दे विच तुसीं गोहा ते लकड़ वरतदे हो ਉਹਦੇ ਵਿੱਚ ਵੀ ਕੀੜਾ। ਸਾਹਿਬ ਨੇ ਜੇ ਸੂਤਕ ਮੰਨਦੇ ਹੋ, ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਈ। ਕਹਿੰਦੇ ਜੇ ਸੂਤਕ ਮੰਨ ਕੇ ਤੁਸੀਂ ਕਹਿੰਦੇ ਜੀ ਔਰਤ ਅਪਵਿੱਤਰ ਹੋ ਚੁੱਕੀ ਹੈ, ਤੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਭਲਿਆ ਗੁਰੂ ਕੇ ਪਿਆਰ ਵਾਲੇ ਗੁਰਸਿੱਖਾ, ਪਾਣੀ ਦੇ ਵਿੱਚ ਲੱਖਾਂ ਜੀਵ ਜਨਮ ਲੈ ਰਹੇ ਨੇ, ਤੇ ਪਾਣੀ ਤੋਂ ਹੀ ਸਾਰੀ ਹੀ ਜੀਵ ਪੈਦਾ ਹੋ ਰਹੇ ਨੇ। ਕਹਿੰਦੇ ਨੇ ਕਿ ਜੇਤੇ ਦਾਣੇ ਅੰਨ ਕੇ ਜੀਆਂ ਬਾਝਣਾ कोई कहते पहला पानी जीव है, सब तो पहलो पानी तो ही जीव पैदा होंदा। साहब कहते तुसी औरत नूं माड़ा कह दिता कि इन्हें बच्चे का जन्म लिया, ये सूतक है, ये अपवित्र हो चुकी है, ये किचन च नहीं जा सकती। ते पातशाह महाराज जी कहते हैं कि जे सूतक मानदा है, गुरु के प्यार वाले गुरसिख नूं सवाल किया कि फिर पानी पीना छड़ दे, क्योंकि पानी दे विच लाखां ही जीव पैदा हो रहे हैं। ਅਸੀਂ ਦਹੀਂ ਖਾਈਦਾ ਘਰ ਦੇ ਵਿੱਚ, ਆਪਦੀ ਲੈਬੋਰਟਰੀ 'ਚ ਚੈੱਕ ਕਰਕੇ ਦੇਖਿਓ, ਹਜ਼ਾਰਾਂ ਜੀਵ ਉਹਦੇ ਵਿੱਚ ਪੈਦਾ ਹੁੰਦੇ ਨੇ। ਸਾਹਿਬ ਨੇ ਸਵਾਲ ਕੀਤਾ ਹੈ ਕਿ ਬਈ ਤੁਸੀਂ ਔਰਤ ਨੂੰ ਮਾੜਾ ਕਹਿ ਦਿੱਤਾ ਕਿ ਬੱਚੇ ਨੂੰ ਜਨਮ ਦੇਣ ਦੇ ਨਾਲ ਹੀ
पर पातशाह महाराज जी कहते जेते दाने अन्न के जियां बाज ना कोई भी अन्न का दाना जी तो बिना नहीं है। कणक खाईदी है आप जी उसनों सही मौसम सही जगह के उपर बीज दे ਉਹਦੇ ਵਿੱਚੋਂ भी एक पेड़ पैदा हो जाता है। हुण साहिब कहते कि औरत नूं माड़ा किया पर घर दे विच जो कुछ तू खा रहा है घर दे विच जिहड़ी चीज तेरे पैदा हो रही है उन्हां सूतक तो तू बच गया। ते साहिब ने यही जिक्र किया कहते कि सब तो वड्डा सूतक ये मन का सूतक लोभ है। अखी सूतक कहते मन नूं सब तो वड्डा सूतक लगा है वो लगा है लोभ दा। अखां नूं सूतक लगा पराया तन ते पराया धन देखना। असीं ये सूतक छड्डे औरत नूं सूतक दे विच पा दिता कि ये अपवित्र है। गुरु प्यार वालिओ मैं भैणां दे अगे भी बेनती कर देवां कि ये सूतक ब्राह्मणी सोच है सिखां दी सोच नहीं। अकाल तख्त तो प्रमाणित सिख रहत मर्यादा दे विच ਇਹ ਬਾਖੂਬ लिखिया होया कि जदों आप ही समाजिक क्रिया तो बाद बच्चे के जन्म तो बाद औरत आप बैठण खलोण जोगी होवे किसी भी प्रकार की दिनां की गिनती ना करदे होया घर के कारज विहार कर सकती है। साडे मन दे विचों सूतक दा भरम गुरु की बाणी ने कढ दिता है ते असीं आप ही खुद औरत नूं जे माड़ा इस कंसैप्ट दे विच लवांगे फिर मैं माफी चाहवां ये असीं नहीं कह सकते कि बाणी गुरु गुरु है। बाणी की बाणी नूं गुरु असीं उदों ही कहांगे जदों असीं गुरु की बाणी का सिद्धांत अपनी जिंदगी दे विच अपनावांगे। ते साहिब ने यही जिक्र किया गुरबाणी कहे। हुण गुरबाणी की कुछ कह रही है असीं लगातार सुनते जाना। तीसरा कंसैप्ट गुरु की बाणी दे विच मेरे पातशाह महाराज जी ने जिक्र किया है साहिब ने वो दिता है नशे के बारे। आप जी देखियो दुनिया दे विच बेअंत लोग नशे करते हैं कि सिख धर्म दे विच नशा जायज़ है। पहला सवाल तो यह जे तां असीं गुरु की बाणी नूं मन्नीदा जे तां असीं कह दईए कि गुरु की बाणी नूं असीं समर्पित हाँ जे असीं अज प्रण कर रहे कि असीं गुरु ग्रंथ साहब महाराज जी का गुरु पुरब मना रहे हैं पहला प्रकाश पुरब मना रहे हैं तो सच जानियो अज प्रण करके अपने मन दे विच सोचियो कि असीं गुरबाणी नूं गुरु मनदे हां। जे मनदे हां ते पातशाह महाराज जी की यह पावन पंक्ति नूं असीं कित्थे रखांगे। साहिब ने जित पीते मत दूर होए बरल पए विच बोलो भाईओ बरल पए अपना पराया खसमों धक्के खाए। जे असीं गुरु की बाणी नूं मनदे हां जे सिख गुरु नूं मनदा है ते अज साडे घरां दे विच शराब नहीं वरतनी चाहिदी सी। मैं पिछले दीवाना च भी जिक्र कीता सी कि जे असीं कहने कि पहला प्रकाश पुरब है जे असीं कहने कि गुरु ग्रंथ साहब महाराज जी नूं असीं गुरु मनदे हां ते सच जाणिओ गुरु प्यार वालिओ साडे धीआं पुत्रां दे विआह दे उपर नशे की लानत नहीं होनी चाहिए। जिहदे बारे मेरे पातशाह महाराज जी ने कहा कि पान सुपाड़ी खादियां मुख बीड़ियां लाइयां हर हर कदे ना चेतिओ जम पकड़ चलाइयां। कहते कि जेड़े गुरु की बाणी नूं नहीं मनदे ते ओह विकारां दे विच ते विकारां दे जमां दे विच देखो गुरु प्यार वाले गुरबाणी कहे। मैं अपने वालों कोई शब्द कहां ते मैं ओहदा देणदार है पर मैं सिर्फ गुरबाणी के प्रमाणों की अव्याख्या ही कर रहा ते अज अपनी समाज की हालत देख रहे हैं जदों सिर्फ अमृतसर शहर दे विच ही 80 करोड़ रुपए की शराब विक जाती है। आप जी ने पिछे शायद पढ़िया भी होगा करोड़ों रुपए की कुकीन पंजाब के विचों फड़ी जाती है। कौन है खाने वाला कोई अफगानिस्तान तो आया जां इराक तो आया वही खा रहे हैं जिहड़े गुरु नानक दे सिख अखवाउंदे ने जिहड़े कहंदे ने कि साडा गुरु गुरु ग्रंथ है जिहड़े कहंदे ने सब सिखां को हुक्म है गुरु मानियो ग्रंथ ते फिर वो खाण वाले कुकीन वो शराबा पीण वाले कोई बाहरों नहीं आए साडे चों ही। जे तां असीं गुरु की बाणी नूं गुरु मनदे हां ते भलिओ ये नशे वर्गी लानत अपने समाज दे विचों कढ देणी। साहिब ने यही जिक्र किया जदों भरथर जोगी जी मिले ना गुरु नानक पातशाह महाराज जी दे नाल ते गुरु नानक पातशाह महाराज जी दे नाल भरथर जोगी की गलबात होई ते भरथर जोगी जी नूं पुछिया कि रब नूं किवें पाया जांदा। भरथर जोगी कहंदा कि बई वध तो वध नशा कर लवो नशा करके तुहाडी बिरती जुड़ जाएगी ते रब पा लवांगे। ते बाबा नानक कहंदा जोगी जी इवें नहीं रब मिलदा। रब किवें मिलदा मैं तुहानूं दसदा है कि तुसी जेड़ा सिस्टम अपनाउंदे जे शराब बनाउण वास्ते साहिब कहंदे गुड़ कर ज्ञान ध्यान कर
धावे कर करणी कछ पाइए पाठी पवन प्रेम का पोचा इत रस अमियो चवाइए कि पत्थर जोगी जी तुसी जेड़ा काम करदे जो इनू छड्डो मैं जिहड़ी तुहानूं गल दस रिहा है तुहाडे कोल ज्ञान होवे ध्यान होवे मेहनत मशक्कत होवे फिर तुसी रब नूं पा लवोगे। साहिब ने बाणी दे विच तीजा कंसैप्ट साडे सामने रख दिता कि गुरु के प्यार वाले गुरसिखा अपनी जिंदगी दे विच जे गुरबाणी दा प्रचार प्रसार वधाउणा चाहुंदा है ते जिंदगी दे अंदर पहला जात पात छड्ड दे, दूजा औरत दा सम्मान करना, तीजा असी नशे वर्गी लानत अपने घर दे विचों कढ दईए। देखो गुरु प्यार वाले साडी हालत किते ओ ना हो जावे जिवें एक विद्वान ने बड़ी सोहनी गल लिखी, दास ने शायद पहला भी किते सांझ पाई होवे, कहंदे कि एक वक्त एक राजे दे दरबार दे विच एक इंसान मूर्तियां लैके आया ते वो कहंदा कि ये तीन मूर्तियां पईयां ने ਇਹਦੇ ਵਿੱਚੋਂ ਜਿਹੜਾ ਇਨਸਾਨ ਫਰਕ ਕੱਢ ਦੇਵੇ ਉਹਨੂੰ ਮੂੰਹ ਮੰਗਿਆ ਇਨਾਮ ਦੇਵਾਂਗੇ। ਕਹਿੰਦੇ ਕਿ ਬੇਅੰਤ ਲੋਕ ਆਏ ਤੇ ਉਹਦੇ ਵਿੱਚੋਂ ਫਰਕ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਫਰਕ ਨਹੀਂ ਕੱਢ ਪਾਇਆ ਤੇ ਉਸ ਵਕਤ ਰਾਜਾ ਕਹਿੰਦਾ ਕਿ ਕੋਈ ਫਰਕ ਨਹੀਂ ਕੱਢ ਪਾਇਆ ਜਿਨੇ ਇਹ ਮੂਰਤੀਆਂ ਬਣਾਈਆਂ ਨੇ ਉਹਨੂੰ ਅਸੀਂ ਇਨਾਮ ਦੇਵਾਂਗੇ। ਇੱਕ ਫਕੀਰ ਆਇਆ ਤੇ ਆਣ ਕੇ ਕਹਿੰਦਾ ਕਿ ਮੈਨੂੰ ਮੌਕਾ ਦਿਓ ਮੈਂ ਫਰਕ ਕੱਢਾਂ। ਤਿੰਨੇ ਮੂਰਤੀਆਂ ਦੇਖਣ ਦੇ ਵਿੱਚ ਬਿਲਕੁਲ ਇੱਕੋ ਜਿਹੀਆਂ, ਕੋਈ ਫਰਕ ਨਹੀਂ ਉਹਨਾਂ ਦੇ ਵਿੱਚ। ਜਦੋਂ ਉਹ ਫਕੀਰ ਆਇਆ ਉਹ ਆਣ ਕੇ ਕਹਿੰਦਾ ਕਿ ਮੈਨੂੰ 5 ਮਿੰਟ ਦਾ ਟਾਈਮ ਦਿਓ ਤੇ ਮੈਂ ਪਰਦੇ ਦੇ ਪਿੱਛੇ ਜਾ ਕੇ ਫਰਕ ਦੇਖਣਾ ਚਾਹੁੰਦਾ। ਜਦੋਂ ਉਹ ਪਰਦੇ ਦੇ ਪਿੱਛੇ ਮੂਰਤੀਆਂ ਨੂੰ ਲੈ ਕੇ ਗਿਆ ਤੇ ਬਾਅਦ ਦੇ ਵਿੱਚ ਵਾਪਸ ਲੈ ਕੇ ਆਇਆ ਤੇ ਕਹਿਣ ਲੱਗ ਪਿਆ, ਕਹਿੰਦਾ ਕਿ ਬਈ ਇਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਜਿੰਨਾ ਕੁ ਅੱਗ ਤੇ ਪਾਣੀ ਦਾ ਫਰਕ ਹੈ, ਜਿੰਨਾ ਅੰਮ੍ਰਿਤ ਤੇ ਜ਼ਹਿਰ ਦਾ ਫਰਕ ਹੈ, ਉਹਨਾਂ ਫਰਕ ਇਹਨਾਂ ਮੂਰਤੀਆਂ ਦੇ ਵਿੱਚ। ਜਿੰਨੇ ਪਹਿਲੋਂ ਆਏ ਸੀ ਦੇਖਣ ਵਾਲੇ ਉਹ ਕਹਿੰਦੇ ਕਿ ਇਹ ਝੂਠ ਬੋਲ ਰਹੇ, ਇੰਨਾ ਫਰਕ ਹੋ ਹੀ ਨਹੀਂ ਸਕਦਾ। ਕਹਿੰਦਾ ਕਿ ਬਹੁਤ ਫਰਕ ਹੈ। ਕਹਿੰਦਾ ਕੀ ਫਰਕ ਹੈ ਸਾਹਮਣੇ ਦੱਸੋ। ਕਹਿੰਦਾ ਕਿ ਇਹਦਾ ਫਰਕ ਮੈਂ ਤੁਹਾਨੂੰ ਦੱਸਦਾ ਹਾਂ, ਮੈਂ ਇੱਕ ਤੀਲਾ ਲੈਣਾ ਹੈ ਉਹਦੇ ਨਾਲ ਫਰਕ ਦੱਸੇਗਾ। ਉਹਨੇ ਇੱਕ ਤੀਲਾ ਲਿਆ ਬਰੀਕ ਜਿਹਾ, ਪਹਿਲੀ ਮੂਰਤੀ ਦੇ ਕੰਨ ਦੇ ਵਿੱਚ ਪਾਇਆ ਇਧਰੋਂ ਤੇ ਦੂਸਰੇ ਬੰਨੇ ਨਿਕਲ ਗਿਆ, ਦੂਸਰੀ ਮੂਰਤੀ ਦੇ ਕੰਨ ਦੇ ਵਿੱਚ ਪਾਇਆ ਉਹ ਮੂੰਹ ਥਾਣੇ ਦੇ ਨਿਕਲ ਗਿਆ, ਤੀਸਰੀ ਮੂਰਤੀ ਦੇ ਕੰਨ ਦੇ ਵਿੱਚ ਪਾਇਆ ਤੇ ਉਹ ਗਲੇ ਤੋਂ ਸਿੱਧਾ ਹਿਰਦੇ ਵੱਲ ਨੂੰ ਪੇਟ ਵੱਲ ਨੂੰ ਗਿਆ। ਕਹਿੰਦਾ ਕਿ ਇਹ ਤਿੰਨ ਪ੍ਰਕਾਰ ਦੇ ਇਨਸਾਨ ਨੇ ਦੁਨੀਆ ਦੇ ਵਿੱਚ, ਜਿਹੜੇ ਇਸ ਕੰਨ ਤੋਂ ਗੱਲ ਸੁਣਦੇ ਨੇ ਇਧਰੋਂ ਕੱਢ ਦਿੰਦੇ ਨੇ, ਜਿਹੜੇ ਇਸ ਕੰਨ ਤੋਂ ਸੁਣਦੇ ਨੇ ਤੇ ਮੂੰਹ ਤੋਂ ਕਹਿ ਦਿੰਦੇ ਨੇ ਕਿ ਬਹੁਤ ਵਧੀਆ। ਇੱਕ ਆਂਦਾ ਤੀਜੀ ਉਹ ਕੈਟੇਗਰੀ ਹੈ ਜਿਹੜੀ ਗੱਲ ਸੁਣਦੀ ਹੈ ਆਪਣੇ ਹਿਰਦੇ ਦੇ ਵਿੱਚ ਵਸਾਉਂਦੀ ਹੈ, ਜਿਹਨੂੰ ਅਸੀਂ ਪਾਣੀ ਦਾ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ ਕੀ ਸੁਣੀ। ਸੁਣ ਤੋਂ ਬਾਅਦ ਹਿਰਦੇ ਦੇ ਵਿੱਚ ਪਹੁੰਚਾਉਣ ਤੋਂ ਭਾਵ ਹੈ ਸਾਹਿਬ ਕਹਿੰਦੇ ਕਿ ਉਹਨੇ ਮੰਨ ਲਈ, ਜਿਹਨੇ ਮੰਨ ਲਈ ਤੇ ਸਾਹਿਬ ਉਹਦੇ ਬਾਰੇ ਕਹਿੰਦੇ ਮੰਨੇ ਕੀ ਗਤ ਜੇ ਕੋ ਕਹੇ ਕਾਗਦ ਕਲਮ ਨਾ ਲਿਖਣਹਾਰ ਮੰਨੇ ਕਾ। ਪਹਿਲਾਂ ਗੱਲ ਕੀਤੀ ਸੁਣਨ ਦੀ, ਜਿੰਨੇ ਸੁਣੀ ਹੈ ਉਹਦੇ ਤੋਂ ਬਾਅਦ ਅਗਲੀ ਗੱਲ ਮੰਨਣ ਦੀ। ਜਿੰਨੇ ਗੁਰੂ ਦੀ ਗੱਲ ਨੂੰ ਸੁਣ ਕੇ ਮੰਨਿਆ ਤੇ ਜੇ ਅਸੀਂ ਗੁਰੂ ਦੀ ਗੱਲ ਨੂੰ ਮੰਨਦੇ ਹਾਂ ਫਿਰ ਅੱਜ ਫਖਰ ਦੇ ਨਾਲ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ, ਜੇ ਅੱਜ ਫਿਰ ਵੀ ਅਸੀਂ ਉਸ ਦਲਦਲ ਦੇ ਵਿੱਚ ਫਸੇ ਹੋਏ ਹਾਂ ਤੇ ਸੱਚ ਜਾਣਿਓ ਗੁਰੂ ਪਿਆਰ ਵਾਲਿਓ ਗੁਰਸਿੱਖੋ, ਫਾਰਮੈਲਿਟੀਆਂ ਨਾ ਕਰੀਏ, ਅਸੀਂ ਗੁਰੂ ਦੇ ਸਿੱਖ ਬਣ ਜਾਈਏ। ਫਾਰਮੈਲਿਟੀਆਂ ਦੇ ਵਿੱਚ ਪੈ ਕੇ ਅੱਗੇ ਸਾਡੀ ਕੌਮ ਦਾ ਘਾਣ ਬੱਚਾ ਪੀੜਿਆ ਗਿਆ ਹੈ ਤੇ ਸਾਹਿਬ ਨੇ ਇਹੀ ਜ਼ਿਕਰ ਕੀਤਾ, ਕਹਿੰਦੇ ਗੁਰਬਾਣੀ ਕਹੇ, ਗੁਰਬਾਣੀ ਨੇ ਇਹ ਗੱਲ ਕਹੀ ਹੈ। ਅਗਲਾ ਕੰਸੈਪਟ ਮੇਰੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਗੁਰੂ ਦੀ ਅਰਦਾਸ ਕਿਵੇਂ ਹੋਣੀ ਚਾਹੀਦੀ ਹੈ ਗੁਰੂ ਦੇ ਅੱਗੇ। ਮੈਂ ਸਿਰਫ ਪੁਆਇੰਟ ਛੋਟੇ ਛੋਟੇ ਆਪ ਜੀ ਦੇ ਨਾਲ ਸਾਂਝ ਪਾ ਰਿਹਾ ਕਿ ਸਿੱਖ ਦੀ ਅਰਦਾਸ ਗੁਰੂ ਦੇ ਅੱਗੇ ਕੈਸੀ ਹੋਣੀ ਚਾਹੀਦੀ ਹੈ। ਪਰ ਅੱਜ ਦੁਕਾਨ ਤੇ ਗੁਰੂ ਪਿਆਰ ਵਾਲੇ ਗੁਰਸਿੱਖੋ ਸਾਡੀਆਂ ਤੇ ਅਰਦਾਸਾਂ ਦੀਆਂ ਲਿਸਟਾਂ ਬਣੀਆਂ ਹੁੰਦੀਆਂ ਨੇ, ਅਸੀਂ ਆਪ ਅਰਦਾਸ ਕਰਨ ਦੀ ਬਜਾਏ ਕਿਸੇ ਤੇ ਡਿਪੈਂਡ ਹੁੰਦੇ। ਸਾਹਿਬ ਨੇ ਇਹੀ ਜ਼ਿਕਰ ਕੀਤਾ, ਕਹਿੰਦੇ ਵੱਡੀਆਂ ਹੱਥ ਦਲਾਲ ਕੇ ਮੁਸੱਫੀ ਇਹ ਕਰੇ, ਕਹਿੰਦੇ ਕਿ ਦਲਾਲ ਦੇ ਹੱਥ ਵੱਢ ਦਿਓ ਜਿਹੜਾ ਇਹ ਤੁਹਾਡੇ ਨਾਲ ਦਲਾਲੀ ਕਰੇ ਕਿ ਮੈਂ ਅਰਦਾਸ ਕਰ ਦਵਾਂ ਤੇ ਤੁਹਾਡੀ ਅਰਦਾਸ ਸਫਲ ਹੈ। ਸਾਹਿਬ ਕਹਿੰਦੇ ਨੇ ਕਿ ਆਪਣੀ ਅਰਦਾਸ ਆਪ ਕਰ, ਜਿਹਨੂੰ ਸਾਹਿਬ ਨੇ ਜ਼ਿਕਰ ਕੀਤਾ, ਹਮ ਅੰਧਲੇ ਅੰਧ ਵਿਖੇ ਬਿਖਰਾਤੇ ਕਿਉਂ ਚਾਲੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇਂ ਆਪਨ ਪਾਲੀ। ਅਰਦਾਸ ਕੀਤੀ ਹੈ ਗੁਰੂ ਦੇ ਅੱਗੇ ਕਿ ਅਸੀਂ ਅੰਨੇ ਹਾਂ, ਅੰਨੇ ਮਾਰਗ ਦੇ ਉੱਪਰ ਚੱਲ ਰਹੇ ਤੇ ਅਸੀਂ ਕਿਵੇਂ ਗੁਰੂ ਦੇ ਰਸਤੇ ਦੇ ਉੱਪਰ ਚੱਲ ਸਕਦੇ ਹਾਂ। ਗੁਰੂ ਤੂੰ ਕਿਰਪਾ ਕਰ, ਰਹਿਮਤ ਕਰ,
कि असी तेरे रास्ते के उपर चलिए। अरदास की भट्ट साहिबाना ने, हम अवगुण भरे एक गुण नाही, अमृत छाड़ विखे विखा ही। ते साहिब अखीर दे विच भट्ट साहिबान कहते एक अरदास पाठ कीरत की गुरु रामदास। साडी अरदास ये होनी चाहिए, साडी अरदास होनी चाहिए गुरा एक दे बुझाई सबना जिया का सो मैं विसन। साडी अरदास गुरु दी अगे ये होनी चाहिए है, पर अज साडी अरदास दा सिस्टम ही बदल चुकिया है। असीं ते सिर्फ निजी स्वार्थों वास्ते अरदासा कर रहे हैं। निजी स्वार्थ अरदास के बारे सारे झूठा मांगन जे को मांगे तिसको मते करी लागे। सर कहने को झूठा मांगना मंगी, गुरु दे कोल आण के मंगना ते ए गुरु दे कोल मंग लै कि राख लियो हम ते बिगड़ी। हे वाहिगुरु जी मेरी इज्जत पत तुसी बचा के रखो। कहने राख लियो हम ते बिगड़ी, सील धर्म जब भगत ना कीनी हो अभिमान टेढ़ बकरी। ये अरदास सिख दी होनी चाहिए गुरु दे अगे कि हे गुरु पातशाह महाराज जी मेरी इज्जत पत तुसी बचा के रखनी है। साहिब ने गुरबाणी कहे, गुरबाणी ने कह दिता कि भाई अपनी अरदास आप करनी है, किसी ते डिपेंड नहीं रहना। तीसरा कंसैप्ट गुरबाणी दे विच अगला वो है गुरु पातशाह महाराज जी ने कहा कि रब किवें मिलदा है। दुनिया के लोग वर्त रख रख के कहते हैं कि रब मिलेगा। दुनिया के लोग कहते हैं कि भाई वर्त रखो तुहानू रब मिलेगा। इतों तक कि कई ने 9-9 दिन के वर्त रख लेंगे कहते रब मिलेगा। ते कई इंसानी जीवन दे विच मेरियां भैणां वा वर्त भी रख लेंदियां ते कह दिंदियां कि पति की लंबी उम्र होवेगी। हुण परमात्मा दे अगे स्ट्राइक करने की लोड़ है कि मेरे पति की लंबी उम्र होवे। हुण साहिब ने यह जिक्र किया, साहिब कहते हैं कि हे गुरु के प्यार वाले गुरसिखा परमात्मा नूं पाउण वास्ते चल कि पखंडां दे विच तू पै के रब नूं नहीं पा सकदा। जिहदे बारे मेरे पातशाह महाराज कहते छोड़े अन्न करे पखंड ना सुहागण ना और रंग। बीबियो तुहाडे अगे बेनती है कि यह वर्त रखने कि मेरे पति की लंबी उम्र हो जाए, वर्त रखने कि मैनू रब मिल जाए। जे तो असी गुरु की बाणी नूं गुरु मानते हाँ, जे तो असी कहने कि हाँ गुरु साडे ने गुरु ग्रंथ साहब महाराज जी, जे असी ये शब्द पढ़िया कि बाणी गुरु गुरु है बाणी विच बाणी अमृत सारे गुरबाणी कहे, ये गुरबाणी के शब्द ही है, अपने वालों नहीं कहे। जिहदे बारे साहिब कहते हैं कबीर साजी कहते कबीर हर का सिमरन छाड़ के आहोई राखे नार गदही होए के अवतारे भार सहे मन चाल। कबीर साहब जी कहते हैं कि जेड़ी जीवी स्त्री भावें वो मर्द है चाहे वो औरत है, कहते कि जे वो वर्त रखदी अहोई का मतलब होंदा है हिंदू धर्म दे विच देवी का वर्त मन्निया जाता अहोई का। साहिब कहते कि जेदा तुसी वर्त रखिया ते ओदी सवारी जिहड़ी है वो गधे दी है। जेदा वर्त रख रहे हो तुहानू वध तो वध की मिल सकता है, ओदी सवारी मिल सकती, होर कुछ भी नहीं मिल सकता। ते साहिब यही जिक्र करते हैं पातशाह महाराज जी कहते हर का सिमरन छाड़ के आहोई रखे नार कहते गधे ही होए के अवतारे भार सहे मन चार। साहिब कहते हैं कि हे गुरु के प्यार वाले गुरसिखा तू अपनी जिंदगी के अंदर वर्त ना रखी। पातशाह महाराज जी कहते हैं कि जे वर्त रखना ही है तो वर्त रख कि मेरे को लोभ ना आए। जे वर्त रखना ही तो झूठ बोलन तो वर्त रख ले कि मैं झूठ नहीं बोलनी, मैं अज झूठ का वर्त रखा है। तो साहिब ने अन्न छड्डण दे नाल कदी रब नहीं मिलता। तो पातशाह महाराज जी की पावन बाणी का यही सिद्धांत है गुरबाणी कहे। गुरबाणी ने यह गल कही है। अगला कंसैप्ट मेरे पातशाह महाराज जी ने जिक्र किया वह है माँ बाप की सेवा। साहिब ने जिक्र किया पातशाह महाराज जी कहते हैं कि गुरबाणी कहे। गुरबाणी ने यह सिद्धांत दे दिता कि जेड़ा इंसान अपने माँ बाप की सेवा नहीं करता, जेड़ा इंसान अपने माँ बाप के कहे दे अनुसार नहीं चलता, माँ बाप की सेवा नहीं करता, वो बाद दे विच भावें मर चुके माँ बाप के श्राद्ध करा लवे, चाहे माँ बाप की वो भावें जिन्नी मर्जी पूजा पाठ करवा लवे। तो साहिब कहने कि वह कभी भी पार उतारा नहीं हो सकता। जिहदे बारे पातशाह महाराज जी ने जिक्र किया सकते जीवत पितर ना माने को मुए श्राद्ध कराही
पितर भी बपरा क्या क्या पावे कौआ कुकर खाई। कहते कि जेड़े जिउंदे जी ही अपने माँ बाप की सेवा नहीं करते, जेड़े जिउंदे जी ही अपने माँ बाप की सेवा नहीं करते ते वो मरण तो बाद उन्हां दे श्राद्ध कराउंदे ने। पातशाह महाराज जी की बाणी ये गल दा सिद्धांत दे दिंदी है कि हे गुरु के प्यार वाले गुरसिखा, जिउंदे जी ही अपने माँ बाप की सेवा कर, जिहदे नाल इस कायनात दे विच तेरा पार उतारा हो जावे। जिन्हों असी आशीवार की बाणी दे विच भी पढ़ी दा पातशाह महाराज ने, जे मोहा का कर्म हुए कर्म पितरी दे, अगे वत सियाणीए पितरी चोर करे। कि बई जेड़े इंसान कहते हैं कि बई असी श्राद्ध करा के अपने पितरां तक पहुंचा रहे हैं, ते पातशाह महाराज जी कहते हे गुरु के प्यार वाले गुरसिखा, ये तेरी अपनी भुल है, अपनी सोच का दायरा तेरी दा छोटा है। तू जिउंदे जी ही अपने माँ बाप की सेवा कर, ये तो वड्डी होर सेवा दुनिया दे विच कोई नहीं। ते अखीर दे विच मैं बेनती जोदड़ी यही कर देवां, सिर्फ परमात्मा नूं किवें सिमरन करना है, किवें याद रखना है, वो असी बाणी दे विचों सांझ पा के मैं समाप्ति कर देवां। जदों असी बाणी नूं पढ़ीदा है, बाणी दे विच मेरे पातशाह महाराज जी ने उदाहरणा दे के समझाया कि किवें रब जी ते परमात्मा दे नाल एकमिक होना है। ते कबीर साहब जी अपने श्लोक दे विच जिक्र करने, कहंदे दुनिया दे लोग हत्थ दे विच माला फड़ के कहंदे सी कि असी रब नूं पाउण लगे, दुनिया दे लोग गल दे विच माला पा के कहंदे सी कि असी रब नूं पा रहे हैं। ते कबीर साहब जी कहंदे कि मैनू माला की जरूरत नहीं है, मैं अपनी जुबान नूं ही माला बना लिया है। जिहदे बारे कबीर साहब जी, कबीर पातशाह महाराज जी ने बाणी च भी जिक्र किया। कबीर साहब कहंदे कि मेरी जिहड़ी जुबान है यही सिमरनी है, जिन्हों कहंदे आद जुगादी सगल भगत ताको सुख विश्राम, कि मेरी जुबान ही माला है। जिहदे बारे पातशाह महाराज जी कहंदे कि रब नूं इवें पाया जा सकता है, आनी ले कागद काटी ले गुडी, आकाश मध्य भरमी ले पंच जना से बात बतौआ, चीत सडोरी राखी ले मन राम नामा बेदिया ले। कि भाई इवें तू रब दे नाल एकमिक हो जावेगा जे असी गुरु की बाणी नूं, गुरु के ज्ञान नूं समर्पित हां। ते गुरु प्यार वाले गुरसिखो, असी अज एक प्रण करिए जिन्हें कि सिद्धांत गुरु ग्रंथ साहब महाराज जी दे मैं आप जी दे नाल सांझ पाए ने, असी इन्हां नूं अपनी जिंदगी दे विच अपना लईए, तां ही साडे ये मनाए हुए गुरपुरब, तां ही साडे ये गुरु के दर दे उपर आया होया सफल है। ये तां ही हो सकता है जे असी गुरु की बाणी के आशी के अनुसार अपने जीवन को बतीत करांगे। जिवें आप जी ने अखीर च बेनती करा कि हुणे बच्चा एक कविता पढ़ के गया सी, उसकी थोड़ी जी विस्तार दे विच मैं दस देवां कि अज सिख कौम नूं हिंदू साबित करने वास्ते बहुत जोर लग रहा। ते उस बच्चे की तकरीर देखो, कहंदे पंडित जी तुहाडीआं बोधियां मुबारक है, तुसीं बोधी रखदे हो, मुबारक है। कि कदी किसी सिख नूं देखे जिन्हें बोधी रखी है? सवाल किया, कहंदे तुहाडीआं बोधियां साडे दस्तारे, तुसीं कोने मोने लाला जी, असीं केसां वाले। कहंदे सवाल है कि तुसीं तां कोने मोने हो, असीं केसां वाले हैं। कहंदे तुहाडे मंदिरी टल्लियां खड़कदियां, तुहाडे मंदिर दे विच टल्लियां खड़कदियां, कदी किसी गुरुद्वारे दे विच टल्ली खड़कदी है? कहंदे तुहाडे मंदिरी टल्लियां खड़कदियां, साडे रणजीत नगारे। कहंदे तुसीं शिवलिंग पाओ पत्थर दे, असीं खंडे दो तारे। कहंदे तुहाडे पत्थर शर्मा जी, साडे पंज प्यारे। कहंदे कि हाँ तुहाडे पत्थर जिहड़े ठाकुर ने वो की ने जी? पत्थर ने। कहंदा साडे पंज प्यारे, जिवें पंज प्यारे आप जी के सामने बैठे हैं। कहंदा कि साडे पंज प्यारे, कहंदे शर्मा जी कुछ तां अकल तो कम लो, क्यों सुतियां कला जगाउंदे हो? लाला जी कुछ तां शर्म करो, सिखां नूं हिंदू कहंदे हो। कहंदे थोड़ी जी कर लवो, जदों साडा रहना खाना पीना बहना खलोना पूजा पाठ तुहाडे नाल मेल ही नहीं खांदा, फिर तुसीं किवें कह सकदे हो कि सिख हिंदू ने? एक विद्वान ने बड़ी सोहनी गल लिखी है, वो कहंदा कि जे सानूं कोई कहे कि सिख हिंदू है, उन्होंने कहो कि हाँ असीं हिंदू हाँ, असीं हिंदुआं चों पैदा होए हैं, क्योंकि वो कहंदे गुरु नानक पातशाह खत्तरी सी। उन्होंने कहो कि हाँ मनदे हैं, पर एक बाल्टी दुध दी पई है पूरी, ਉਹਦੇ ਵਿੱਚ कोई दसे कि घ्यो कित्थे है, कोई नहीं दस सके। पर उस दुध नूं गर्म होना पैंदा है, फिर उन्होंने जाग लाउणी पैंदी है, दही बनता है, दही फिर मधानी दी सट्टा चलता है, मक्खन निकलता है, मक्खन नूं फिर तवे के उपर गर्म होना पैंदा है,
ਤੇ ਫਿਰ ਜਾ ਕੇ ਘਿਓ ਬਣਦਾ। ਹੁਣ ਕੋਈ ਘਿਓ ਨੂੰ ਕਹੇ ਕਿ ਤੂੰ ਫਿਰ ਦੁੱਧ ਬਣ ਜਾ, ਕਦੀ ਨਹੀਂ ਬਣ ਸਕਦਾ। ਘਿਓ ਨੂੰ ਜਿੰਨਾ ਮਰਜ਼ੀ ਮਿਕਸ ਕਰ ਲਿਓ ਦੁੱਧ 'ਚ ਪਾ ਕੇ, ਉਹ ਆਪਣਾ ਵੱਖਰਾ ਹੀ ਰਹੇਗਾ। ਠੀਕ ਇਵੇਂ ਜਿਵੇਂ ਦੁੱਧ ਦੇ ਵਿੱਚੋਂ ਘਿਓ ਨਿਕਲੇ ਅਸੀਂ ਤੁਹਾਡੇ ਵਿੱਚੋਂ ਹੀ ਆ। ਗੁਰੂ ਨਾਨਕ ਪਾਤਸ਼ਾਹ ਖੱਤਰੀ ਤੁਸੀਂ ਕਹਿੰਦੇ ਹੋ ਮੰਨਦੇ ਆ, ਪਰ ਬਾਬਾ ਨਾਨਕ ਨੇ ਕਹਿੰਦਾ ਕਿ ਵੀ ਜਾਤ ਪਾਤ ਕੁਝ ਵੀ ਨਹੀਂ ਹੈ, ਪਰ ਜੇ ਮੰਨਦੇ ਹੋ ਪਰ ਅਸੀਂ ਤੱਤੀਆਂ ਤਵੀਆਂ ਤੇ ਰੜੇ ਨੇ, ਅਸੀਂ ਆਰਿਆਂ ਦੇ ਨਾਲ ਚੀਰੇ ਗਏ ਆ, ਅਸੀਂ ਆਪਣੇ ਬੰਦ ਕਟਾਏ ਖੋਪਰੀਆਂ ਲੋਹਾਈਆਂ ਨੇ। ਇੰਨਾ ਕੁਝ ਕਸ਼ਟ ਝੱਲਣ ਤੋਂ ਬਾਅਦ ਅਸੀਂ ਆਪਣੀ ਵੱਖਰੀ ਪਛਾਣ ਬਣਾਈ ਹੈ, ਤੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਅਸੀਂ ਹਿੰਦੂ ਹਾਂ। ਇਹ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵੀ ਹੈ। ਹਿੰਦੂ ਤੁਰਕ ਜਿਹਦੇ ਬਾਰੇ ਕਹਿੰਦੇ ਕਿ ਜੋ ਇਹਨਾਂ ਨੇ ਕਿਹਾ ਹੈ ਅਸੀਂ ਉਹਨੂੰ ਅਪਣਾਇਆ ਨਹੀਂ, ਅਸੀਂ ਇੱਕ ਨਿਰੰਕਾਰ ਦੇ ਨਾਲ ਜੁੜੇ ਹੋਏ ਆ, ਤੇ ਉਸ ਨਿਰੰਕਾਰ ਦੇ ਨਾਲ ਜੁੜ ਕੇ ਗੁਰੂ ਪਿਆਰ ਵਾਲਿਓ ਗੁਰੂ ਦੇ ਸਿਧਾਂਤ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਈਏ, ਜਿਹਦੇ ਨਾਲ ਅਸੀਂ ਦੁਨੀਆ ਦੇ ਵਿੱਚ ਆਪਣੇ ਝੰਡੇ ਬੁਲੰਦ ਕਰ ਦਈਏ। ਇਹੋ ਜਿਹੇ ਬੱਚੇ ਕਲਾਸਾਂ ਦੇ ਵਿੱਚ, ਜਿਵੇਂ ਅਸੀਂ ਸਵਾ ਕੁ ਮਹੀਨਾ ਡੇਢ ਮਹੀਨਾ ਕਲਾਸ ਲਾਈ ਬੱਚਿਆਂ ਦੀ, ਸ਼ਾਮ ਨੂੰ ਇੱਕ ਕੁਇਜ਼ ਕੰਪੀਟੀਸ਼ਨ ਕੀਤਾ ਸੀ ਜਿਹਦੇ ਵਿੱਚ ਬੱਚਿਆਂ ਨੂੰ ਸਵਾਲ ਪੁੱਛੇ ਗਏ ਸੀ। ਲਗਭਗ ਹਰ ਇੱਕ ਸਵਾਲ ਦੇ ਪਿੱਛੇ ਪੂਰੀ ਸਾਖੀ ਡਿਟੇਲ ਦੇ ਵਿੱਚ, ਉਹਦੇ ਵਿੱਚ ਇਹ ਬੱਚਾ ਥਰਡ ਆਇਆ ਸੀ ਬਲਜੋਤ ਸਿੰਘ। ਤੇ ਇਹ ਉਪਰਾਲੇ ਸਾਡੇ ਤੇ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾਂਦੇ ਨੇ ਕਿ ਸਾਡੇ ਘਰਾਂ ਦੇ ਵਿੱਚੋਂ ਫਿਰ ਸਰਦਾਰ ਬਘੇਲ ਸਿੰਘ ਪੈਦਾ ਹੋਣ, ਸਾਡੇ ਘਰਾਂ ਦੇ ਵਿੱਚੋਂ ਫਿਰ ਕੋਈ ਹਰੀ ਸਿੰਘ ਨਲੂਆ ਤੇ ਜੱਸਾ ਸਿੰਘ ਆਲੂਵਾਲੀਆ ਤੇ ਜੱਸਾ ਸਿੰਘ ਰਾਮਗੜੀਏ ਪੈਦਾ ਹੋਣ, ਨਾ ਕਿ ਸਾਡੇ ਘਰਾਂ ਦੇ ਵਿੱਚੋਂ ਉਹ ਕੌਮ ਦੇ ਪੈਦਾ ਹੋਣ ਜਿਹੜੇ ਆਪਣੀਆਂ ਭੈਣਾਂ ਦੀ ਇੱਜ਼ਤ ਨਹੀਂ ਸੀ ਬਚਾ ਸਕੇ। ਸਾਨੂੰ ਲੋੜ ਹੈ ਆਪਣੇ ਘਰਾਂ ਦੇ ਵਿੱਚ ਜੱਸਾ ਸਿੰਘ ਰਾਮਗੜੀਏ ਬਣਾਈਏ। ਸਾਨੂੰ ਲੋੜ ਹੈ ਆਪਣੇ ਘਰਾਂ ਦੇ ਵਿੱਚੋਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਪੈਦਾ ਹੋਏ। ਉਸ ਜੱਸਾ ਸਿੰਘ ਰਾਮਗੜੀਏ ਦੇ ਬਾਰੇ ਆਪ ਜੀ ਬੱਚਿਆਂ ਨੂੰ ਦੱਸੋ ਕਿ ਦਿੱਲੀ ਦੇ ਲਾਲ ਕਿਲੇ ਦੇ ਉੱਪਰ 17 ਵਾਰ ਖਾਲਸਾ ਨਿਸ਼ਾਨ ਸਾਹਿਬ ਲਹਿਰਾਉਣ ਵਾਲਾ ਉਹ ਗੁਰੂ ਕਾ ਸੂਰਮਾ, ਜਿਹਨੇ ਆਪਣੀ ਜ਼ਿੰਦਗੀ ਦੇ ਅੰਦਰ ਗੁਰਬਾਣੀ ਦਾ ਧਿਆਨ ਧਰਿਆ ਸੀ। ਸਾਡੇ ਘਰਾਂ ਦੇ ਵਿੱਚੋਂ ਲੋੜ ਹੈ ਗੁਰੂ ਪਿਆਰ ਵਾਲਿਓ ਐਸੀ ਪਨੀਰੀ ਪੈਦਾ ਕਰ ਦਈਏ ਕਿ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਇੱਕ ਤਾਂ ਨਸ਼ੇ ਤੋਂ ਦੂਰ ਰਹਿਣਗੇ, ਇੱਕ ਆਪਣੀ ਗੁਰੂ ਦੇ ਸਿਧਾਂਤ ਦੇ ਨਾਲ ਜੁੜ ਕੇ ਰਹਿਣਗੇ। ਕੱਲ ਕਲਾਸ ਦੇ ਵਿੱਚ ਵੀ ਤੇ ਸਮਾਗਮ ਤੇ ਵੀ ਮੈਂ ਇੱਕ ਅਨਾਉਂਸ ਕੀਤੀ ਸੀ ਕਿ ਜੇ ਇਹ ਬੱਚੇ ਲਗਾਤਾਰ ਇਵੇਂ ਗੁਰਬਾਣੀ ਦੇ ਨਾਲ ਜੁੜੇ ਰਹਿਣਗੇ, ਦੁਨੀਆ ਦੀ ਕੋਈ ਵੀ ਤਾਕਤ ਆ ਜਾਵੇ ਆਪਣੇ ਵਿਰਸੇ ਤੋਂ ਇਹਨਾਂ ਨੂੰ ਨਹੀਂ ਤੋੜ ਸਕੇਗੀ। ਵਿਰਸੇ ਤੋਂ ਟੋਟੀ ਉਦੋਂ ਜਾਂਦੀ ਹੈ ਜਦੋਂ ਮਾਂ-ਬਾਪ ਹੀ ਆਪਣੇ ਬੱਚਿਆਂ ਤੇ ਧਿਆਨ ਨਹੀਂ ਦਿੰਦੇ। ਮੈਂ ਮੁਬਾਰਕ ਹੈ ਉਹਨਾਂ ਮਾਂ-ਬਾਪ ਨੂੰ ਵੀ, ਕੱਲ ਵੀ ਇਹ ਜ਼ਿਕਰ ਕੀਤਾ ਸੀ ਕਿ ਜਿਹੜੇ ਮਾਂ-ਬਾਪ ਆਪਣੇ ਬੱਚਿਆਂ ਨੂੰ ਜਦੋਂ ਵੀ ਟਾਈਮ ਦਿੱਤਾ ਕਲਾਸ ਦੇ ਵਿੱਚ ਆਉਣ ਵਾਸਤੇ ਉਹ ਆਏ ਨੇ। ਇਹ ਸਾਰਾ ਹੀ ਉਪਰਾਲਾ ਇੱਕ ਟੀਮ ਵਰਕ ਦੇ ਵਿੱਚ ਪ੍ਰਬੰਧਕਾਂ ਦੇ ਸਹਿਯੋਗ ਦੇ ਨਾਲ, ਮਾਂ-ਬਾਪ ਦੇ ਸਹਿਯੋਗ ਦੇ ਨਾਲ ਇਹ ਬੱਚਿਆਂ ਦਾ ਜਿਹੜਾ ਕੱਲ ਦਾ ਉਪਰਾਲਾ ਹੋਇਆ ਸੀ। ਜਿਵੇਂ ਆਪ ਜੀ ਨੂੰ ਸਕੱਤਰ ਸਾਹਿਬ ਨੇ ਦੱਸਿਆ ਸੀ ਕਿ ਇੱਕ ਟਾਈਮ ਇਹ ਸੀ ਕਿ ਹਜੇ ਤੱਕ ਜਦੋਂ ਵੀ ਕਿਹਾ ਜਾਂਦਾ ਸੀ ਕਿ ਟਾਈਮ ਵੱਧ ਹੋ ਗਿਆ, ਪਰ ਸੰਗਤ ਵੱਲੋਂ ਇਹ ਗੱਲ ਆਈ ਸੀ ਕਿ ਇਹ ਬੱਚੇ ਜਿੰਨਾ ਚਿਰ ਵੀ ਕਰ ਸਕਦੇ ਨੇ ਆਪਣੇ ਕੁਇਜ਼ ਕੰਪੀਟੀਸ਼ਨ ਉਹਨਾਂ ਚਿਰ ਕਰਨਗੇ। ਇਹ ਸਿਰਫ ਅਖੀਰ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆਪ ਸਮੂਹ ਸੰਗਤਾਂ ਦੇ ਚਰਨਾਂ ਦੇ ਵਿੱਚ ਦਾਸ ਦੀ ਅੱਜ ਦੀ ਅਖੀਰੀ ਬੇਨਤੀ ਹੈ ਕਿ ਅਸੀਂ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੀਏ, ਤਾਂ ਹੀ ਇਸ ਕਾਇਨਾਤ ਦੇ ਵਿੱਚ ਸਾਡਾ ਪਾਰ ਉਤਾਰਾ ਹੋਵੇਗਾ। ਕੱਲ ਇੱਕ ਬੱਚੀ ਨੇ ਪੋਇਮ ਬੋਲੀ ਸੀ, ਮੈਂ 2 ਲਾਈਨਾਂ ਬੋਲ ਕੇ ਆਪ ਜੀ ਦੇ ਨਾਲ ਸਮਾਪਤੀ ਚਾਹਾਂ। ਉਸ ਬੱਚੀ ਨੇ ਕੁਝ ਸਵਾਲ ਕੀਤੇ ਸੀ ਤੇ ਉਹ ਕਹਿੰਦੀ ਮੈਂ ਹਾਂ ਛੋਟੀ ਬੱਚੀ, ਮੇਰੇ ਥੋੜੇ ਜਿਹੇ ਸਵਾਲ ਨੇ। ਕਹਿੰਦੇ ਸਵਾਲ ਛੋਟੇ ਛੋਟੇ ਪਰ ਬੜੇ ਹੀ ਕਮਾਲ ਹੈ। ਪਹਿਲਾ ਸਵਾਲ ਕਹਿੰਦੀ ਮੈਂ ਬਜ਼ੁਰਗਾਂ ਨੂੰ ਪਾਵਾਂਗੀ, 2-4 ਲਾਈਨਾਂ ਵਿੱਚ ਸਵਾਲ ਨੂੰ ਮੁਕਾਵਾਂਗੀ। ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੋ ਕਿੰਨੇ ਰਾਗ ਨੇ, 10 ਗੁਰੂਆਂ ਦੇ ਨਾਮ ਕਿੰਨਿਆਂ ਨੂੰ ਯਾਦ ਨੇ। ਕਹਿੰਦੇ ਉਸ ਬੱਚੀ ਨੇ ਸਾਰੇ ਸਵਾਲ ਕੀਤੇ ਨੇ। ਤੇ ਮੈਂ ਜਦੋਂ ਕਿਤੇ ਅੱਜ ਬਜ਼ੁਰਗਾਂ ਨੂੰ ਪੁੱਛ ਲਈਏ ਨਾ, ਸੁਸਾਇਟੀ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਮਹਾਂਪੁਰਖਾਂ ਦੀ ਬਾਣੀ ਹੈ, ਦੋਖੇ ਗੁਰੂ ਪਿਆਰ ਵਾਲੇ ਉੱਥੇ ਬੈਠ ਕੇ ਅਸੀਂ ਘੰਟੇ 2 ਘੰਟੇ ਤਾਸ਼ ਤਾਂ ਖੇਡ ਸਕਦੇ ਹਾਂ, ਪਰ ਇੱਥੇ ਗੁਰਮਤਿ ਦੀਆਂ ਕਲਾਸਾਂ ਲੱਗਦੀਆਂ ਉਹਦੇ ਵਿੱਚ ਬਹਿ ਕੇ ਰਾਜੀ ਨਹੀਂ, ਕਿਉਂਕਿ ਅਸੀਂ ਆਪਣੇ ਵਿਰਸੇ ਨੂੰ ਪਛਾਣਿਆ ਨਹੀਂ। ਆਪਣੀ ਉਹਨਾਂ ਸੂਰਬੀਰ ਯੋਧਿਆਂ ਨੂੰ ਭੁੱਲ ਚੁੱਕੇ ਹਾਂ ਜਿਨ੍ਹਾਂ ਨੇ ਸਾਡੀ ਖਾਤਰ ਬੰਦ ਕਟਾਏ ਸੀ, ਜਿਨ੍ਹਾਂ ਨੇ ਸਾਡੀ ਖਾਤਰ ਟੋਟੇ ਕਰਵਾਏ ਸੀ। ਮੁਬਾਰਕ ਹੈ ਉਹ ਵੀਰ ਵੀ ਇੱਥੇ ਬੈਠੇ ਨੇ ਜਿਹੜੇ ਗੁਰਮਤਿ ਦੀਆਂ ਕਲਾਸਾਂ ਦੇ ਵਿੱਚ ਆਉਂਦੇ ਰਹੇ ਨੇ। ਪਰ ਦੁੱਖ ਹੁੰਦਾ ਹੈ ਬਜ਼ੁਰਗੋ, ਜੇ ਤੁਸੀਂ ਹਜੇ ਵੀ ਤੁਰ ਪਵੋ ਨਾ ਹੰਬੜਾ ਮਾਰ ਲਵੋ, ਆਉਣ ਵਾਲੀ ਪਨੀਰੀ ਸਾਡੀ ਕੌਮ ਵਾਸਤੇ ਫਿਰ ਤੁਰ ਪਵੇਗੀ ਤੇ ਉਹ ਪਨੀਰੀ ਨੂੰ ਬਜ਼ੁਰਗ ਆਪ ਸਾਂਭਣ ਤੇ ਪ੍ਰਚਾਰਕਾਂ ਦੀ ਡਿਊਟੀ ਇਹ ਹੋ ਜਾਵੇ ਕਿ ਅਸੀਂ ਖੁਦ ਆਪ ਉਪਰਾਲੇ ਕਰਨੇ ਨੇ, ਤਾਂ ਹੀ ਇਸ ਕਾਇਨਾਤ ਦੇ ਵਿੱਚ ਸਾਡਾ ਪਾਰ ਉਤਾਰਾ ਹੋਵੇਗਾ। ਇੰਨੀਆਂ ਕੁ ਵਿਚਾਰਾ ਕਰਦਾ ਹੋਇਆ ਦਾਸ ਖਿਮਾ ਦਾ ਜੱਜ ਕੇ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ, ਬੁਲਾਓ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।